e-learning channel. So as you all know, our Punjab Patwari series is going on, and for that purpose we have started your English course. And also these videos will be helpful in other upcoming Punjab government exams also, like PS, SSB, PPSC, and also for SBI Clerk 2020. Also you can visit our website www.gilsmentortest.com for PDFs, for mock test, and for more information. So today we will continue the practice of the tenses. So today I have taken few MCQs, multiple choice questions on tenses. So let's start the video. So the very first one, my friend dashed to the temple now. Her mother dash every day. ਇਹਦੇ 'ਚ ਆਪਾਂ ਦੋਨੋਂ ਬਲੈਂਕਸ ਵਿੱਚ ਗੋ ਦੀ ਫਾਰਮ ਪੜ੍ਹਨੀ ਹੈ ਸੋ ਉਹ ਕੀ ਕਹਿ ਰਿਹਾ ਕਿ ਮੇਰੀ ਫਰੈਂਡ ਹੁਣੇ ਟੈਂਪਲ ਜਾ ਰਹੀ ਹੈ ਅਤੇ ਜਿਹੜੀ ਉਹਦੀ ਮੰਮਾ ਹੈ ਅਤੇ ਜਿਹੜੀ ਉਹਦੀ ਮਦਰ ਹੈ ਉਹ ਰੋਜ਼ ਜਾਂਦੀ ਹੈ। ਠੀਕ ਹੈ, ਸੋ ਤੁਸੀਂ ਇਹਦੇ 'ਚ ਦੇਖਣਾ ਕਿ ਕਿਹੜਾ ਟੈਂਸ ਆਏਗਾ। ਸਭ ਤੋਂ ਪਹਿਲੇ ਤਾਂ ਮੇਰੀ ਫਰੈਂਡ ਅੱਜ ਟੈਂਪਲ ਜਾ ਰਹੀ ਹੈ ਤਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਇਜ਼ ਗੋਇੰਗ। ਠੀਕ ਹੈ, ਇਹੀ ਆਏਗਾ ਨਾ। ਅਤੇ ਜਿਹੜੀ ਉਹਦੀ ਮਦਰ ਹੈ, ਹਰ ਮਦਰ ਡੈਸ਼ ਐਵਰੀ ਡੇ, ਅਤੇ ਜਿਹੜੀ ਉਹਦੀ ਮਦਰ ਹੈ ਉਹ ਟੈਂਪਲ ਰੋਜ਼ ਜਾਂਦੀ ਹੈ, ਉਹਨਾਂ ਦੀ ਰੂਟੀਨ ਹੈ। ਠੀਕ ਹੈ, ਅਤੇ ਜਿੱਥੇ ਸਾਡੀ ਹੈਬਿਟਸ ਹੁੰਦੀਆਂ ਹੈ, ਰੂਟੀਨ ਹੁੰਦੀ ਹੈ, ਉੱਥੇ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕਰਦੇ ਹਾਂ। ਹੁਣ ਦੇਖੋ ਇੱਧਰ ਹਰ ਮਦਰ ਸਿੰਗੂਲਰ ਵਰਬ ਹੈ, ਅਤੇ ਇਹਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਜਾਂ ਐਸ ਲੱਗੇਗਾ ਜਾਂ ਈ ਐਸ ਲੱਗੇਗਾ। ਸੋ ਕੀ ਆ ਜਾਏਗਾ, ਗੋ ਦੀ ਫਾਰਮ ਪੜ੍ਹਨੀ ਹੈ ਤਾਂ ਕੀ ਆ ਜਾਏਗਾ, ਗੋ ਪਲੱਸ ਈ ਐਸ। My friend is going to the temple now. Her mother goes every day. So, fourth option is the correct answer. So, the next. Nowadays, the government dash family planning. Popularize the form ਪੜ੍ਹਨੀ ਹੈ ਇੱਥੇ। Nowadays, ਅੱਜ ਕੱਲ੍ਹ ਦੀ ਗੱਲ ਹੈ ਕਿ ਜਿਹੜੀ ਗਵਰਨਮੈਂਟ ਹੈ ਉਹ ਫੈਮਿਲੀ ਪਲੈਨਿੰਗ ਨੂੰ ਪੋਪੂਲਰਾਈਜ਼ ਕਰ ਰਹੀ ਹੈ ਜਾਂ ਉਹਦੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਦਾ ਮਤਲਬ is popularizing. ठीक है, present continuous tense. So is popularizing, but the illiterate dash not understand it. but ਜਿਹੜੇ ਅਨਪੜ੍ਹ ਲੋਕ ਹੈ ਉਹ ਉਸ ਚੀਜ਼ ਨੂੰ ਸਮਝਦੇ ਨਹੀਂ ਹੈ ਮਤਲਬ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ। ਸੋ ਬਟ ਦ ਇਲਿਟਰੇਟ ਨੋਟ ਦੇ ਨਾਲ ਕੀ ਲੱਗੇਗਾ, ਡੂ। ਜਦੋਂ ਆਪਾਂ ਪ੍ਰੈਜ਼ੈਂਟ ਟੈਂਸ ਲੈਂਦੇ ਹਾਂ ਅਤੇ ਉੱਥੇ ਡਿਪੈਂਡ ਕਰਦਾ ਕਿ ਸਿੰਗੂਲਰ ਵਰਬ ਹੈ ਜਾਂ ਸਿੰਗੂਲਰ ਸਬਜੈਕਟ ਹੈ ਕਿ ਪਲੂਰਲ ਸਬਜੈਕਟ ਹੈ, ਉਹਦੇ ਅਕੋਰਡਿੰਗ ਆਪਾਂ ਡੂ ਜਾਂ ਡਜ਼ ਲਗਾਉਂਦੇ ਹਾਂ। ਠੀਕ ਹੈ, ਅਗਰ ਸਾਡਾ ਪਾਸਟ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਉੱਥੇ ਡਿਡ ਨੋਟ ਲਗਾ ਦਿੰਦੇ ਹਾਂ। ਠੀਕ ਹੈ, ਸੋ ਇੱਥੇ ਇਲਿਟਰੇਟ ਪੀਪਲ ਦੀ ਗੱਲ ਹੋ ਰਹੀ ਹੈ। ਹੁਣ ਪੀਪਲ ਬਹੁਤ ਸਾਰੇ ਹੁੰਦੇ ਹੈ, ਸੋ ਪਲੂਰਲ ਸਬਜੈਕਟ ਹੈ, ਇਸ ਕਰਕੇ ਡੂ। Nowadays, the government is popularizing family planning, but the illiterate do not understand it. ठीक है, okay, next. My mother dash to market once in a week. ਗੋ ਦੀ ਫਾਰਮ ਪੜ੍ਹਨੀ ਹੈ ਇੱਥੇ ਵੀ ਕਿ ਮੇਰੀ ਮਦਰ ਹਫਤੇ 'ਚ ਇੱਕ ਵਾਰੀ ਮਾਰਕੀਟ ਜ਼ਰੂਰ ਜਾਂਦੀ ਹੈ। ਇਟਸ ਅ ਹੈਬਿਟ, ਉਹਨਾਂ ਦੀ ਰੂਟੀਨ ਹੈ, ਉਹਨਾਂ ਦੀ ਹੈਬਿਟ ਹੈ। ਸੋ ਸਿੰਪਲ ਪ੍ਰੈਜ਼ੈਂਟ ਟੈਂਸ ਪਹਿਲੇ ਵਰਗਾ ਕੁਐਸਚਨ ਹੀ ਹੈ। ਇੱਥੇ ਕੀ ਆ ਜਾਏਗਾ, ਗੋ ਵਰਬ ਦੀ ਫਸਟ ਫਾਰਮ ਪਲੱਸ ਈ ਐਸ, ਕਿਉਂਕਿ ਮਾਈ ਮਦਰ ਜੋ ਹੈ ਉਹ ਸਿੰਗੂਲਰ ਸਬਜੈਕਟ ਹੈ। ਠੀਕ ਹੈ, ਇੱਕ ਬੰਦੇ ਦੀ ਗੱਲ ਹੋ ਰਹੀ ਹੈ। ਨੈਕਸਟ, ਸ਼ੀ ਡੈਸ਼ ਹਰ ਕਲੋਥਸ ਐਟ ਦਿਸ ਮੋਮੈਂਟ। ਹੁਣ ਇੱਥੇ ਕੰਸਨਟਰੇਟ ਕਰੋ, ਐਟ ਦਿਸ ਮੋਮੈਂਟ ਮਤਲਬ ਉਹ ਹੁਣੇ ਦੀ ਗੱਲ ਕਰ ਰਿਹਾ ਕਿ ਉਹ ਕੱਪੜੇ ਧੋ ਰਹੀ ਹੈ ਹੁਣੇ, ਇਸ ਟਾਈਮ। ਸੋ ਰਹੀ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਤਾਂ ਕੀ ਆਏਗਾ, ਸ਼ੀ ਇਜ਼ ਵਾਸ਼ਿੰਗ ਹਰ ਕਲੋਥਸ ਐਟ ਦਿਸ ਮੋਮੈਂਟ। ਠੀਕ ਹੈ, ਬਿਕੋਜ਼ ਸ਼ੀ ਕੀ ਹੈ, ਸਿੰਗੂਲਰ ਸਬਜੈਕਟ ਹੈ। ਸੋ ਉਹਦੇ ਨਾਲ ਕੀ ਲੱਗੇਗਾ, ਇਜ਼ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING। ਸੋ ਸੈਕਿੰਡ ਆਪਸ਼ਨ ਇਜ਼ ਦਾ ਕਰੈਕਟ ਆਂਸਰ। ਇੱਥੇ ਇਹ ਆਂਸਰ ਹੈ, ਇੱਥੇ ਇਹ ਆਂਸਰ ਹੈ। ਠੀਕ ਹੈ, okay, next. He usually dash Malayalam songs, but today he dash Hindi songs. ਹੁਣ ਦੋਨੋਂ ਬਲੈਂਕਸ 'ਚ ਆਪਾਂ ਸਿੰਗ ਦੀ ਫਾਰਮ ਪੜ੍ਹਨੀ ਹੈ। ਠੀਕ ਹੈ, ਸੋ ਹੀ ਯੂਜਲੀ ਮਤਲਬ ਉਹਦੀ ਹੈਬਿਟ ਹੈ, ਜ਼ਿਆਦਾਤਰ ਉਹ ਮਲਿਆਲਮ ਸੌਂਗਸ ਗਾਉਂਦਾ ਹੈ। ਹੀ ਯੂਜਲੀ ਸਿੰਗਸ, ਵਰਬ ਦੀ ਫਸਟ ਫਾਰਮ ਪਲੱਸ ਐਸ, ਬਿਕੋਜ਼ ਹੀ ਜੋ ਹੈ ਉਹ ਸਿੰਗੂਲਰ ਸਬਜੈਕਟ ਹੈ, ਇਸ ਕਰਕੇ ਨਾਲ ਐਸ ਲੱਗਿਆ ਹੈ। ਠੀਕ ਹੈ,
बट टुडे लेकिन अज वो हिंदी सॉन्ग्स गा रहा है प्रेजेंट कंटिन्यूस, ठीक है। सो किया जाएगा बट टुडे ही इज सिंगिंग हिंदी सॉन्ग्स, ठीक है। टुडे ही इज सिंगिंग हिंदी सॉन्ग्स, सो दिस इज द करेक्ट आंसर। आई डैश मैंगोज सिंस आई लेफ्ट होम। ਹੁਣ ਇੱਥੇ ਫॉर ਜਾਂ ਸਿੰਸ ਦੇਖ ਕੇ ਆਪਾਂ ਪਰਫੈਕਟ ਕੰਟੀਨਿਊਸ ਟੈਂਸ ਨਹੀਂ ਲਗਾ ਦੇਣਾ, ਠੀਕ ਹੈ। ਆਪਾਂ ਇਹਦਾ ਮੀਨਿੰਗ ਸਮਝਾਂਗੇ ਕੀ ਹੈ। ਆਈ ਡੈਸ਼ ਮੈਂਗੋਜ਼ ਸਿੰਸ ਆਈ ਲੈਫਟ ਹੋਮ, ਇੱਥੇ ਤੁਸੀਂ ਈਟ ਦੀ ਫਾਰਮ ਪੜ੍ਹਨੀ ਹੈ, ਈਟ। ਸੋ ਕੀ ਆਏਗਾ, ਜਦ ਦਾ ਮੈਂ ਘਰ ਛੱਡਿਆ ਹੈ, ਸਿੰਸ ਆਈ ਲੈਫਟ ਹੋਮ, ਮੈਂ ਮੈਂਗੋਜ਼ ਕਦੀ ਨਹੀਂ ਖਾਏ। ਜਦ ਦਾ ਘਰ ਛੱਡਿਆ ਮਤਲਬ ਕਦੀ ਪਾਸਟ 'ਚ ਉਹਨੇ ਘਰ ਛੱਡਿਆ ਹੋਣਾ, ਉਦੋਂ ਹੀ ਉਹਨੇ ਮੈਂਗੋਜ਼ ਨਹੀਂ ਖਾਏ, ਅਤੇ ਉਹਨੇ ਹੁਣ ਤੱਕ ਮੈਂਗੋਜ਼ ਨਹੀਂ ਖਾਏ। ਪਾਸਟ ਤੋਂ ਲੈ ਕੇ ਪ੍ਰੈਜੈਂਟ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਪ੍ਰੈਜੈਂਟ ਪਰਫੈਕਟ ਟੈਂਸ ਉਹੀ ਹੁੰਦਾ ਨਾ ਕਿ ਜਦੋਂ ਜਿਹੜਾ ਸਾਡਾ ਕੰਮ ਹੈ ਉਹ ਪਾਸਟ 'ਚ ਸ਼ੁਰੂ ਹੁੰਦਾ ਹੈ ਅਤੇ ਨਾਲ ਸਾਡੀ ਪ੍ਰੈਜੈਂਟ ਵਿੱਚ ਵੀ ਅਸੀਂ ਉਹਦੀ ਗੱਲ ਕਰ ਰਹੇ ਹੋਈਏ, ਠੀਕ ਹੈ। ਸੋ ਪ੍ਰੈਜੈਂਟ ਪਰਫੈਕਟ ਟੈਂਸ ਆਏ ਹੈ ਤਾਂ ਕੀ ਲੱਗੇਗਾ, ਹੈਵ। ਆਈ ਹੈਵ ਨੋਟ ਈਟਨ ਮੈਂਗੋਜ਼ ਸਿੰਸ ਆਈ ਲੈਫਟ ਹੋਮ, ਠੀਕ ਹੈ। ਇੱਥੇ ਇਹ ਨਹੀਂ ਆ ਜਾਣਾ ਸਿੰਸ ਲਗਾ ਕੇ, ਦੇਖੋ ਕਨਫਿਊਜ਼ ਕਰਨ ਲਈ ਤੁਹਾਨੂੰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਵੀ ਦਿੱਤਾ ਉਹਨਾਂ ਨੇ। ਹੈਵ ਨੋਟ ਬੀਨ ਈਟਿੰਗ, ਇਹਦਾ ਮਤਲਬ ਦੇਖੋ ਕੁਛ ਨਹੀਂ ਬਣ ਰਿਹਾ। ਆਈ ਹੈਵ ਨੋਟ ਬੀਨ ਈਟਿੰਗ ਮੈਂਗੋਜ਼ ਸਿੰਸ ਆਈ ਲੈਫਟ ਹੋਮ, ਠੀਕ ਹੈ ਨਾ। ਆਈ ਹੈਵ ਨੋਟ ਈਟਨ ਕਿ ਮੈਂ ਜਦ ਦਾ ਘਰ ਛੱਡਿਆ ਹੈ ਮੈਂ ਮੈਂਗੋਜ਼ ਨਹੀਂ ਖਾਏ, ਕਿਉਂਕਿ ਕੰਟੀਨਿਊਸ ਟੈਂਸ ਉੱਥੇ ਲੱਗਦਾ ਹੈ ਜਦੋਂ ਤੁਹਾਡਾ ਕੋਈ ਕੰਮ ਇਨ ਪ੍ਰੋਗਰੈਸ ਕੁਛ ਹੋ ਰਿਹਾ ਹੈ, ਇਹਦੇ 'ਚ ਕੁਛ ਪ੍ਰੋਗਰੈਸ ਨਹੀਂ ਦਿਖ ਰਹੀ ਮੈਨੂੰ ਕੰਮ ਵਿੱਚ, ਠੀਕ ਹੈ। ਉਹ ਸਿੰਪਲੀ ਕਹਿ ਰਿਹਾ ਹੈ ਕਿ ਜਦ ਦਾ ਮੈਂ ਘਰ ਛੱਡਿਆ ਮੈਂ ਮੈਂਗੋਜ਼ ਨਹੀਂ ਖਾਏ। ਸੋ ਕੁਛ ਇਹਦੇ 'ਚ ਕੁਛ ਪ੍ਰੋਗਰੈਸ, ਕੋਈ ਕੰਮ ਚੱਲ ਤਾਂ ਨਹੀਂ ਰਿਹਾ ਨਾ। ਸੋ ਇਸ ਕਰਕੇ ਪ੍ਰੈਜੈਂਟ ਪਰਫੈਕਟ ਟੈਂਸ। ਨੈਕਸਟ, ਇਟ ਡੈਸ਼ ਫॉर द ਲਾਸਟ 3 days। ਇਹ ਬਹੁਤ ਹੀ ਯੂਜਲੀ ਬਹੁਤ ਜ਼ਿਆਦਾਤਰ ਕੁਐਸਚਨ ਪੁੱਛਿਆ ਜਾਂਦਾ ਹੈ ਅਤੇ ਇਹਦਾ ਆਨਸਰ ਮਤਲਬ ਤੁਹਾਨੂੰ ਸ਼ੋਰ ਹੋਣਾ ਚਾਹੀਦਾ ਕਿ ਇਟ ਹੈਜ਼ ਬੀਨ ਰੇਨਿੰਗ ਫॉर ਲਾਸਟ 3 days। ਬਹੁਤ ਹੀ ਕਾਮਨ ਐਗਜ਼ਾਮਪਲ ਹੈ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਦਾ ਕਿ ਪਿਛਲੇ 3 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਦੇਖੋ ਹੁਣ ਇੱਥੇ ਜੋ ਹੈ ਕੰਮ ਪ੍ਰੋਗਰੈਸ ਵਿੱਚ ਹੈ ਕਿ ਬਾਰਿਸ਼ ਹੋਈ ਜਾ ਰਹੀ ਹੈ, ਕੋਈ ਕੰਮ ਤੁਹਾਨੂੰ ਦਿਖ ਰਿਹਾ ਨਾ ਕਿ ਕੋਈ ਪ੍ਰੋਗਰੈਸ ਹੋ ਰਹੀ ਹੈ, ਕਿ ਪਿਛਲੇ 3 ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ, ਫਿਰ ਉਹ 3 ਦਿਨ ਚੱਲੀ ਅਤੇ ਉਹ ਹਲੇ ਵੀ ਚੱਲ ਹੀ ਰਹੀ ਹੈ, ਠੀਕ ਹੈ। ਤਾਂ ਤੁਹਾਨੂੰ ਦਿਖ ਰਿਹਾ ਕਿ ਹਾਂ ਕੋਈ ਕੰਮ ਚੱਲ ਰਿਹਾ, ਕੋਈ ਕੰਮ ਪ੍ਰੋਗਰੈਸ ਵਿੱਚ ਹੋ ਰਿਹਾ। ਇਸ ਕਰਕੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ, ਕਿਉਂਕਿ ਅੱਜ ਵੀ ਉਹ ਕੰਮ ਚੱਲ ਰਿਹਾ, ਅੱਜ ਵੀ ਬਾਰਿਸ਼ ਹੋ ਰਹੀ ਹੈ, ਠੀਕ ਹੈ। ਇਸ ਕਰਕੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਇਟ ਹੈ ਤਾਂ ਹੈਜ਼ ਲੱਗੇਗਾ, हैज़ बीन लगेगा, प्लस वर्ब दी फर्स्ट फॉर्म लगेगी, प्लस ING। इट हैज़ बीन रेनिंग फॉर द लास्ट 3 days। देखो नाल इत्थे फॉर भी लग्या होया है। ओके नेक्स्ट, माई ब्रदर डैश इन इन्फोसिस सिंस 2010। कि जेड़ा मेरा ब्रदर है वो 2010 तो लैके हुण तक इन्फोसिस दे विच काम कर रहा है। मतलब 2010 तो गल शुरू हुई, ਉਸ ਤੋਂ ਬਾਅਦ ਉਹਨੇ ਹੁਣ ਤੱਕ ਕੰਮ ਕੀਤਾ ਅਤੇ ਉਹ ਹਲੇ ਵੀ ਉੱਥੇ ਹੀ ਕੰਮ ਕਰ ਰਿਹਾ ਹੈ, ਠੀਕ ਹੈ। ਸੋ ਇੱਕ ਕੰਮ ਹੈ ਜੋ ਪ੍ਰੋਗਰੈਸ ਵਿੱਚ ਚੱਲ ਰਿਹਾ ਹੈ, ਕਿ ਉੱਥੇ ਵਰਕ ਕਰ ਰਿਹਾ ਹੈ, ਠੀਕ ਹੈ। ਕੋਈ ਐਕਸ਼ਨ ਹੈ ਜੋ ਪ੍ਰੋਗਰੈਸ ਵਿੱਚ ਚੱਲ ਰਿਹਾ ਹੈ। ਸੋ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਜੋ ਕਿ ਕੀ ਕਹਿੰਦਾ ਹੈ, ਹੈਜ਼ ਬੀਨ ਔਰ ਹੈਵ ਬੀਨ ਪਲਸ ਵਰਬ ਦੀ ਫਰਸਟ ਫਾਰਮ ਪਲਸ ING। ਸੋ ਮੇਰਾ ਇੱਕੋ ਬ੍ਰਦਰ ਹੈ, ਮਾਈ ਬ੍ਰਦਰ ਦੀ ਗੱਲ ਹੋ ਰਹੀ ਹੈ, ਸੋ ਹੈਜ਼ ਆਏਗਾ, ਬੀਨ ਵੀ ਲੱਗੇਗਾ ਨਾਲ ਕਿਉਂਕਿ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਹੈ, ਪਲਸ ਵਰਬ ਦੀ ਫਰਸਟ ਫਾਰਮ ਅਤੇ ਪਲਸ ING। Okay, next, the stars dash us light। give the form पढ़नी है इत्थे, the star dash us light, stars plural, ठीक है, ज़्यादा दी गल हो रही है, इस करके give आएगा या gives आएगा। देखो दोनों ऑप्शन विच मैंशन है, इत्थे बच्चे कन्फ्यूज़ होंदे हैं। इत्थे हुण तुसीं यह भी लगा सकते हो, stars are giving us light, star सानू लाइट दे रहे हैं, star has been giving light, star सानू लाइट दे ही जा रहे हैं, ठीक है। सो ਸਟਾਰ ਸਾਨੂੰ ਲਾਈਟ ਦਿੰਦੇ ਆ, ਇਹ ਇੱਕ ਟਰੁੱਥ ਹੈ। ਸੋ ਇੱਥੇ ਕੀ ਲੱਗੇਗਾ, ਸਿੰਪਲ ਪ੍ਰੈਜੈਂਟ ਟੈਂਸ, ਜਿਵੇਂ ਅਸੀਂ ਉਹ ਕੀਤਾ ਸੀ ਸਨ ਰਾਈਜ਼ਿਜ਼ ਇਨ ਦਾ ਈਸਟ, ਸਨ ਸੈਟਸ ਇਨ ਦਾ ਵੈਸਟ। ਅਤੇ ਇਹੋ ਜਿਹੇ ਟਰੁੱਥਸ ਜਿੱਥੇ ਜੋ ਤੁਹਾਨੂੰ ਪਤਾ ਕਿ ਓਬਵੀਅਸ ਹੈ, ਹੁਣ ਇਹ ਸਭ ਨੂੰ ਪਤਾ ਕਿ ਸਟਾਰ ਸਾਨੂੰ ਲਾਈਟ ਦਿੰਦੇ ਹੈ, ਠੀਕ ਹੈ, ਕਿ ਸਟਾਰਸ ਚਮਕਦੇ ਹੈ। ਸੋ ਜਦੋਂ ਇਹ ਫੈਕਟਸ ਆ ਜਾਂਦੇ ਹੈ, ਜਦੋਂ ਯੂਨੀਵਰਸਲ ਟਰੁੱਥਸ ਆ ਜਾਂਦੇ ਹੈ, ਉੱਥੇ ਆਪਾਂ ਸਿੰਪਲ ਪ੍ਰੈਜੈਂਟ ਟੈਂਸ ਯੂਜ਼ ਕਰਦੇ ਹਾਂ। ਸੋ ਇੱਥੇ ਹੁਣ ਸਟਾਰਸ ਜ਼ਿਆਦਾ ਨੇ ਤੇ ਆਪਾਂ ਪਲੂਰਲ ਦੇ ਨਾਲ ਕੀ ਲਗਾਉਂਦੇ ਹਾਂ, ਓਨਲੀ ਵਰਬ ਦੀ ਫਸਟ ਫਾਰਮ। ਸੋ ਗਿਵਸ ਨਹੀਂ ਆਏਗਾ। ਅਗਰ ਇੱਥੇ ਇਕੱਲਾ ਹੁੰਦਾ ਨਾ, ਸਟਾਰ ਲਿਖਿਆ ਹੁੰਦਾ ਸਿਰਫ, ਫਿਰ ਆਪਾਂ ਗਿਵਸ ਲਗਾਉਣਾ ਸੀ।
ਲੇਕਿਨ ਉਹਨਾਂ ਨੇ ਕੀ ਲਿਖਿਆ ਹੈ ਸਟਾਰਸ, ਜ਼ਿਆਦਾ ਬੰਦਿਆਂ ਦੀ ਗੱਲ ਹੋ ਰਹੀ ਹੈ, ਜ਼ਿਆਦਾ ਚੀਜ਼ਾਂ ਦੀ ਗੱਲ ਹੋ ਰਹੀ ਹੈ, ਇਸ ਕਰਕੇ ਗਿਵ। one of my students dash first rank in the competitive exam recently। one of my students ਕਿ ਸਾਰੇ ਸਟੂਡੈਂਟਸ ਵਿੱਚੋਂ ਇੱਕ ਸਟੂਡੈਂਟ ਹੈ ਮੇਰਾ ਜਿਨ੍ਹਾਂ ਨੇ ਕੰਪੀਟੀਟਿਵ ਐਗਜ਼ਾਮ ਵਿੱਚ ਫਰਸਟ ਰੈਂਕ ਲਿੱਤਾ ਹੈ। one of my students dash first rank in the competitive exam recently। ਹੁਣ ਇਹ ਵੀ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਕੁਐਸਚਨਸ ਵਿੱਚ, ਕਿਉਂਕਿ ਬਹੁਤ ਬੱਚੇ ਦੇਖ ਕੇ ਇਹਨੂੰ ਕਨਫਿਊਜ਼ ਹੋ ਜਾਂਦੇ ਆ। ਦੇਖੋ one of my students, ਇਹਦੇ 'ਤੇ ਕੰਸਨਟਰੇਟ ਕਰੋ, ਵੈਰੀ ਵੈਰੀ ਇੰਪੋਰਟੈਂਟ, ਕਿ ਮੇਰੇ ਸਾਰੇ ਬੱਚਿਆਂ ਵਿੱਚੋਂ ਇੱਕ ਬੱਚਾ, ਹੁਣ ਮੈਂ ਗੱਲ ਇੱਕ ਬੱਚੇ ਦੀ ਕਰ ਰਹੀ ਹਾਂ ਨਾ, ਸੋ ਇਹ ਕਦੇ ਵੀ ਤੁਸੀਂ ਸਟੂਡੈਂਟਸ ਦੇਖ ਕੇ ਇਹਨੂੰ ਪਲੂਰਲ ਨਹੀਂ ਮੰਨ ਲੈਣਾ। ਦੇਖੋ ਜ਼ਿਆਦਾਤਰ ਤੁਸੀਂ ਕੀ ਕਰੋਗੇ, ਤੁਸੀਂ ਕੁਐਸਚਨ ਪੜ੍ਹਿਆ one of my students, ਤੁਸੀਂ ਦੇਖੋਗੇ ਸਟੂਡੈਂਟਸ ਹੈ ਅਤੇ ਤੁਸੀਂ ਇੱਥੇ ਵਿਨ ਟਿਕ ਕਰ ਦੇਣਾ, ਠੀਕ ਹੈ। ਸੋ ਇੱਥੇ ਕੀ ਪੁੱਛਿਆ ਹੋਇਆ one of my students, ਕਿ ਸਾਰੇ ਸਟੂਡੈਂਟਸ ਵਿੱਚੋਂ ਇੱਕ ਬੱਚਾ ਡੈਸ਼ ਫਰਸਟ ਰੈਂਕ ਇਨ ਦਾ ਕੰਪੀਟੀਟਿਵ ਐਗਜ਼ਾਮ ਰੀਸੈਂਟਲੀ, ਕਿ ਮੇਰੇ ਸਟੂਡੈਂਟਸ ਵਿੱਚੋਂ ਇੱਕ ਸਟੂਡੈਂਟ ਨੇ ਫਰਸਟ ਰੈਂਕ ਹਾਸਿਲ ਕੀਤਾ ਹੈ ਐਗਜ਼ਾਮੀਨੇਸ਼ਨ ਵਿੱਚ ਹੁਣੇ ਰੀਸੈਂਟਲੀ। ਸੋ ਕੀ ਆਏਗਾ ਇੱਥੇ ਹੁਣੇ ਜਿਹੜਾ ਕੰਮ ਖਤਮ ਹੁੰਦਾ ਹੈ ਉੱਥੇ ਆਪਾਂ ਕੀ ਲਗਾਉਂਦੇ ਹਾਂ, ਜਿਹੜਾ ਕੰਮ ਸਾਡਾ ਜਸਟ ਹੁਣੇ ਹੀ ਖਤਮ ਹੋਇਆ ਹੈ, ਪ੍ਰੈਜ਼ੈਂਟ ਪਰਫੈਕਟ ਟੈਂਸ। ਇਹ ਆਪਾਂ ਪੜ੍ਹਿਆ ਸੀ ਜਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸਿਸ ਕੀਤੇ ਸੀਗੇ। ਸੋ ਇੱਥੇ ਕੀ ਆਏਗਾ ਹੈਜ਼ ਵੌਨ, ਠੀਕ ਹੈ, ਵਿਨ ਵੌਨ, ਠੀਕ ਹੈ। one of my students has plus verb ਦੀ third form, one of my students has won ਫਸਟ ਰੈਂਕ ਇਨ ਦਾ ਕੰਪੀਟੀਟਿਵ ਐਗਜ਼ਾਮਸ ਰੀਸੈਂਟਲੀ। ਹੁਣ ਇਹਦੇ 'ਚ ਸਾਨੂੰ ਇਹ ਟੈਂਸਿਸ ਲਗਾਉਣੇ ਹੀ ਨਹੀਂ ਪਏ, ਮੈਨੂੰ ਲੱਗ ਰਿਹਾ ਸੀ ਕਿ ਸੈਂਟੈਂਸ ਉਹਦੇ ਅਕੋਰਡਿੰਗ ਹੋਏਗਾ। ਅੱਗੇ ਅਸੀਂ ਇਹ ਸੈਂਟੈਂਸ ਪੜ੍ਹਾਂਗੇ ਜਿੱਥੇ ਤੁਹਾਨੂੰ ਇਹ ਚੀਜ਼ ਯੂਜ਼ਫੁਲ ਹੋਏਗੀ, ਜਿੱਥੇ ਇਹ one of my students ਲੱਗ ਜਾਂਦਾ ਅਤੇ ਬੱਚੇ ਕਨਫਿਊਜ਼ ਹੋ ਜਾਂਦੇ ਕਿ ਆਪਾਂ ਵਿਨ ਲਗਾਈਏ ਕਿ ਵਿਨਸ ਲਗਾਈਏ। ਹੁਣ ਇਹ ਤਾਂ ਸੈਂਟੈਂਸ ਦੀ ਜਿਹੜੀ ਸਾਡੀ ਮੀਨਿੰਗ ਹੀ ਚੇਂਜ ਹੋ ਗਿਆ ਨਾ, ਕਿ ਰੀਸੈਂਟਲੀ ਲੱਗਿਆ ਹੋਇਆ ਅਤੇ ਓਬਵੀਅਸ ਹੋ ਗਿਆ ਕਿ ਇੱਥੇ ਪ੍ਰੈਜ਼ੈਂਟ ਪਰਫੈਕਟ ਹੀ ਲੱਗੇਗਾ, ਠੀਕ ਹੈ। ਸੋ ਇੱਥੇ ਕੀ ਆਏਗਾ ਹੈਜ਼ ਵਨ। ਓਕੇ ਨੈਕਸਟ, ਮਾਈ ਬ੍ਰਦਰ ਡੈਸ਼ ਮੀ ਅ ਰੀਅਲੀ ਗੁੱਡ ਡਰੈਸ ਫॉर ਲਾਸਟ ਬਰਥਡੇ, ਕਿ ਮੇਰੇ ਬ੍ਰਦਰ ਨੇ ਮੈਨੂੰ ਇੱਕ ਬਹੁਤ ਅੱਛੀ ਡਰੈਸ ਗਿਫਟ ਦਿੱਤੀ ਸੀ ਲਾਸਟ ਬਰਥਡੇ 'ਤੇ, ਮਤਲਬ ਪਿਛਲੇ ਬਰਥਡੇ 'ਤੇ, ਪਾਸਟ ਦੀ ਗੱਲ ਹੋ ਰਹੀ ਹੈ। ਸੋ ਮਾਈ ਬ੍ਰਦਰ ਗਿਵਨ, ਮਾਈ ਬ੍ਰਦਰ, ਕਿ ਮੇਰੇ ਬ੍ਰਦਰ ਨੇ, ਮੇਰੇ ਭਰਾ ਨੇ ਮੈਨੂੰ ਲਾਸਟ ਬਰਥਡੇ 'ਤੇ ਇੱਕ ਬਹੁਤ ਅੱਛੀ ਡਰੈਸ ਦਿੱਤੀ ਸੀ। ਸਿੰਪਲ ਪਾਸਟ ਟੈਂਸ, ਵਰਬ ਦੀ ਸੈਕਿੰਡ ਫॉर्म ਗੇਵ ਗਿਵਨ। ਸੋ ਕੀ ਆਏਗਾ ਗੇਵ। ਅ ਕਪਲ ਆਫ ਈਅਰਸ ਐਗੋ, ਕਿ 2 ਸਾਲ ਪਹਿਲੇ। ਅ ਕਪਲ ਆਫ ਈਅਰਸ ਐਗੋ ਮਤਲਬ ਜਿੱਥੇ ਕਪਲ ਲਿਖਿਆ ਹੋਇਆ ਦਾ ਮਤਲਬ, ਕਪਲ ਦਾ ਮਤਲਬ 2 ਹੁੰਦੇ ਆ ਨਾ, ਸੋ ਕਪਲ ਆਫ ਈਅਰਸ ਐਗੋ ਮਤਲਬ 2 ਸਾਲ ਪਹਿਲੇ। ਅ ਕਪਲ ਆਫ ਈਅਰਸ ਅਗੋ ਆਈ ਡੈਸ਼ ਮਾਈ ਅੰਕਲ ਇਨ ਪੈਰਿਸ, ਤੁਸੀਂ ਇੱਥੇ ਲਿਖਣਾ ਵਿਜ਼ਿਟ ਦੀ ਫॉर्म ਭਰਨੀ ਹੈ। ਮੈਂ ਆਪਣੇ ਅੰਕਲ ਨੂੰ ਪੈਰਿਸ ਵਿੱਚ ਵਿਜ਼ਿਟ ਕੀਤਾ, ਮੈਂ ਮਤਲਬ ਅੰਕਲ ਨੂੰ ਪੈਰਿਸ ਵਿੱਚ ਮਿਲਿਆ ਜਾਂ ਉੱਥੇ ਉਹਨਾਂ ਨੂੰ ਮਿਲਣ ਗਿਆ। ਆਈ ਹੈਡ ਅ ਗ੍ਰੇਟ ਟਾਈਮ ਵਿਦ ਹਿਮ, ਮੈਨੂੰ ਉੱਥੇ ਉਹਨਾਂ ਨਾਲ ਮੈਂ ਉਹਨਾਂ ਨਾਲ ਇੰਜੋਏ ਕੀਤਾ। ਸੋ ਸਿੰਪਲ ਉਹ ਕਹਿ ਰਿਹਾ ਕਿ 2 ਸਾਲ ਪਹਿਲੇ ਮੈਂ ਪੈਰਿਸ ਗਿਆ ਸੀ ਆਪਣੇ ਅੰਕਲ ਨੂੰ ਵਿਜ਼ਿਟ ਕਰਨ ਵਾਸਤੇ। ਸਿੰਪਲ, ਕੋਈ ਕੰਟੀਨਿਊਸ ਟੈਂਸ ਨਹੀਂ ਹੈ, ਕੋਈ ਕੰਮ ਹੁਣ ਤੱਕ ਚੱਲ ਨਹੀਂ ਰਿਹਾ। ਸੋ ਸਿੰਪਲ ਪਾਸਟ ਟੈਂਸ, ਸੈਕਿੰਡ ਫॉर्म ਵਰਬ ਦੀ ਵਿਜ਼ਿਟ, ਵਿਜ਼ਿਟਿਡ। ਸੋ ਇੱਥੇ ਕੀ ਆ ਜਾਏਗਾ ਵਿਜ਼ਿਟਿਡ। ਨੈਕਸਟ, ਆਈ ਡੈਸ਼ ਅੰਟਿਲ 10 o'clock ਦਿਸ ਮੋਰਨਿੰਗ, ਇੱਥੇ ਤੁਸੀਂ ਪੜ੍ਹਨੀ ਹੈ ਵੇਕਅਪ ਦੀ ਫॉर्म, ਨॉट ਵੇਕਅਪ ਦੀ ਫॉर्म। ਆਈ ਡੈਸ਼ ਅੰਟਿਲ 10 o'clock ਦਿਸ ਮੋਰਨਿੰਗ, ਕਿ ਮੈਂ ਮਤਲਬ ਤੁਸੀਂ ਲਗਾ ਲਓ ਕਿ ਤੁਸੀਂ ਸ਼ਾਮੀ ਇਹ ਗੱਲ ਬੋਲ ਰਹੇ ਹੋ ਕਿ ਮੈਂ ਅੱਜ ਸਵੇਰੇ 10 ਵਜੇ ਤੱਕ ਉੱਠਿਆ ਹੀ ਨਹੀਂ, ਠੀਕ ਹੈ, ਮੈਂ ਅੱਜ ਸਵੇਰੇ 10 ਵਜੇ ਤੱਕ ਉੱਠਿਆ ਹੀ ਨਹੀਂ ਸੀ, ਠੀਕ ਹੈ। ਆਈ ਸਲੈਪਟ ਫॉर ਮੋਰ ਦੈਨ 11 hours, ਮੈਂ ਮਤਲਬ 11 ਘੰਟਿਆਂ ਤੋਂ ਵੀ ਜ਼ਿਆਦਾ ਦੇਰ ਸੁੱਤਾ ਰਿਹਾ। ਸਲੈਪਟ ਸੈਕਿੰਡ ਫॉर्म ਲੱਗੀ ਹੋਈ ਹੈ। ਸੋ ਕੀ ਲਗਾਓਗੇ ਇੱਥੇ ਤੁਸੀਂ, ਦੇਖੋ ਆਪਸ਼ਨਸ ਦੇਖਦੇ ਹਾਂ ਇਹਦੇ 'ਚ ਆਪਾਂ। ਆਈ ਹੈਵ ਨੋਟ ਵੋਕਨ ਅਪ 10 o'clock ਦਿਸ ਮੋਰਨਿੰਗ, I did not wake up until 10 o'clock this morning, I do not wake up until 10 o'clock। ਸੋ ਇੱਥੇ ਕੀ ਆਏਗਾ did not wake up। ਜਦੋਂ ਵੀ ਆਪਾਂ ਇਹ not ਲੈਂਦੇ ਹਾਂ ਨਾ, ਉੱਥੇ ਜ਼ਿਆਦਾਤਰ ਇੱਦਾਂ ਹੁੰਦਾ ਕਿ ਜਾਂ do not ਲੱਗਦਾ ਜਾਂ did not ਲੱਗਦਾ ਜਾਂ does not ਲੱਗਦਾ। ਹੁਣ ਇਹ ਸਾਨੂੰ ਪਤਾ ਹੈ ਕਿ ਅਸੀਂ ਅਗਰ ਸ਼ਾਮੀ ਅਸੀਂ ਬੋਲ ਰਹੇ ਹਾਂ ਕਿ ਅੱਜ ਆਪਾਂ ਸਵੇਰੇ 10 ਵਜੇ ਤੱਕ ਉੱਠੇ ਹੀ ਨਹੀਂ ਸੀ, ਸੋ ਇਹਦਾ ਮਤਲਬ ਗੱਲ ਆਪਾਂ ਪਾਸਟ ਦੀ ਕਰ ਰਹੇ ਹਾਂ। ਸੋ ਜਦੋਂ ਪਾਸਟ ਆਉਂਦਾ ਉੱਥੇ ਆਪਾਂ ਕੀ ਲਗਾਉਂਦੇ ਹਾਂ did not। I did not wake up until 10 o'clock this morning, I slept for more than 11 hours, ਠੀਕ ਹੈ। ਓਕੇ,
सो आई वॉज सरप्राइज्ड टू गेट माई फर्स्ट जॉब। मैं बहुत हैरान सी अपनी फर्स्ट जॉब ਜਦੋਂ ਮੈਨੂੰ ਮਿਲੀ। ਕਿਉਂ? ਬਿਕਾਜ਼ ਆਈ ਡੈਸ਼ ਇਨ ਅ ਹਸਪੀਟਲ ਬਿਫੋਰ। ਨੋਟ ਵਰਕ ਦੀ ਫਾਰਮ ਪੜ੍ਹਨੀ ਹੈ ਇੱਥੇ। ਦੇਖੋ ਮੈਂ ਉਹ ਪਾਸਟ ਮਤਲਬ ਪਾਸਟ ਦੀ ਗੱਲ ਕਰ ਰਿਹਾ ਕਿਉਂਕਿ ਸਾਨੂੰ ਇੱਥੋਂ ਪਤਾ ਚੱਲ ਗਿਆ ਕਿ ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਹੈ। ਆਈ ਵਾਜ਼ ਸਰਪਰਾਈਜ਼ਡ ਟੂ ਗੈਟ ਮਾਈ ਫਰਸਟ ਜੋਬ ਬਿਕਾਜ਼ ਆਈ ਡੈਸ਼ ਇਨ ਅ ਹਸਪੀਟਲ ਬਿਫੋਰ, ਕਿ ਮੈਂ ਉਸ ਤੋਂ ਪਹਿਲੇ ਕਦੀ ਹਸਪੀਟਲ ਵਿੱਚ ਕੰਮ ਕੀਤਾ ਹੀ ਨਹੀਂ ਸੀ। ਸੋ ਕੀ ਆਏਗਾ? ਆਈ ਹੈਡ ਨੋਟ ਵਰਕਡ। ਠੀਕ ਹੈ, ਮਤਲਬ ਤੁਸੀਂ ਪਾਸਟ ਵਿੱਚ ਹੀ ਪਾਸਟ ਦੀ ਗੱਲ ਕਰ ਰਹੇ ਹੋ। ਅਤੇ ਅਸੀਂ ਇਹ ਗੱਲ ਪੜ੍ਹੀ ਸੀ ਨਾ ਜਦੋਂ ਪਾਸਟ ਪਰਫੈਕਟ ਟੈਂਸ ਕੀਤਾ ਸੀ, ਜਦੋਂ ਆਪਾਂ ਪਾਸਟ ਵਿੱਚ ਹੀ ਬੋਲ ਰਹੀ ਹੋਈਏ ਅਤੇ ਉਸ ਤੋਂ ਬਾਅਦ ਪਾਸਟ ਦੀ ਹੀ ਗੱਲ ਕਰ ਰਹੀ ਹੋਈਏ। ਠੀਕ ਹੈ, ਦੋਨੋਂ ਐਕਸ਼ਨ ਸਾਡੇ ਪਾਸਟ ਵਿੱਚ ਹੋ ਰਹੇ ਹੋਣ ਅਤੇ ਆਪਾਂ ਉੱਥੇ ਪਾਸਟ ਪਰਫੈਕਟ ਟੈਂਸ ਲਗਾਉਂਦੇ ਹਾਂ। ਜਿਵੇਂ ਕਿ ਇੱਥੇ ਲੱਗਿਆ ਹੋਇਆ ਕਿ ਮੈਂ ਆਪਣੀ ਫਰਸਟ ਜੋਬ ਲੈ ਕੇ ਬੜਾ ਹੈਰਾਨ ਸੀ। ਕਿਉਂ? ਕਿਉਂਕਿ ਉਸ ਤੋਂ ਵੀ ਪਹਿਲੇ ਮੈਂ ਹਸਪੀਟਲ ਵਿੱਚ ਕਦੀ ਕੰਮ ਕੀਤਾ ਹੀ ਨਹੀਂ ਸੀ। ਜਦੋਂ ਆਪਾਂ ਪਾਸਟ ਵਿੱਚ ਹੀ ਪਾਸਟ ਦੀ ਗੱਲ ਕਰ ਰਹੇ ਹਾਂ ਉੱਥੇ ਆਪਾਂ ਪਾਸਟ ਪਰਫੈਕਟ ਟੈਂਸ ਲਗਾਉਂਦੇ ਹਾਂ। ਸੋ ਆਈ ਹੈਡ ਨੋਟ ਵਰਕਡ ਇਨ ਅ ਹਸਪੀਟਲ ਬਿਫੋਰ। ਠੀਕ ਹੈ, ਪਾਸਟ ਪਰਫੈਕਟ ਟੈਂਸ ਇਹੀ ਕਹਿੰਦੇ ਨਾ, ਹੈਡ ਪਲੱਸ ਵਰਬ ਦੀ ਥਰਡ ਫਾਰਮ। ਹੁਣ ਇੱਥੇ ਨੋਟ ਲੱਗਿਆ ਹੋਇਆ ਸੀ ਅਤੇ ਆਪਾਂ ਸਿੰਪਲ ਕੀ ਕਰ ਦੇਣਾ, ਹੈਡ ਨੋਟ ਵਰਕਡ। ਓਕੇ ਓਕੇ ਨੈਕਸਟ, ਦ ਫਲੈਟ ਵॉज ਵੈਰੀ ਕੋਲਡ ਵੈਨ ਵੀ ਗੋਟ ਹੋਮ। ਸੈਕਿੰਡ ਫਾਰਮ ਲੱਗੀ ਹੋਈ ਹੈ, ਗੈਟ, ਗੋਟ, ਗੋਟਨ। ਦ ਫਲੈਟ ਵॉज ਵੈਰੀ ਕੋਲਡ, ਇੱਥੇ ਵॉज ਵੀ ਲੱਗਿਆ ਹੋਇਆ। ਵੈਨ ਵੀ ਗੋਟ ਹੋਮ ਬਿਕੋਜ਼ ਵੀ ਡੈਸ਼ ਦ ਵਿੰਡੋਜ਼, ਕਿਉਂਕਿ ਆਪਾਂ ਵਿੰਡੋਜ਼ ਕਲੋਜ਼ ਕਰਕੇ ਨਹੀਂ ਗਏ ਸੀ। ਵੀ had not closed the windows. The flat was very cold because the flat was very cold when we got home. ਕਿ ਜੋ ਸਾਡਾ ਫਲੈਟ ਸੀ ਉਹ ਬਹੁਤ ਠੰਡਾ ਸੀ ਜਦੋਂ ਆਪਾਂ ਘਰ ਗਏ ਸੀ। ਦੇਖੋ ਪਹਿਲਾ ਐਕਸ਼ਨ ਇਹ ਹੋ ਗਿਆ ਕਿ ਜਦੋਂ ਆਪਾਂ ਘਰ ਗਏ ਸੀ ਅਤੇ ਕਿਉਂ ਠੰਡਾ ਸੀ ਫਲੈਟ ਸਾਡਾ? ਕਿਉਂਕਿ ਆਪਾਂ ਵਿੰਡੋਜ਼ ਕਲੋਜ਼ ਨਹੀਂ ਕੀਤੀਆਂ ਸੀ। ਇਹ ਸਾਡਾ ਦੂਜਾ ਐਕਸ਼ਨ ਹੋ ਗਿਆ। ਮਤਲਬ ਆਪਾਂ ਪਾਸਟ ਵਿੱਚ ਹੀ ਪਾਸਟ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਘਰ ਪਹੁੰਚੇ ਸੀ। ਠੀਕ ਹੈ, ਅਤੇ ਉਸ ਤੋਂ ਵੀ ਪਹਿਲਾਂ ਆਪਾਂ ਵਿੰਡੋਜ਼ ਬੰਦ ਕਰਕੇ ਨਹੀਂ ਗਏ ਸੀ। ਇਸ ਕਰਕੇ ਪਾਸਟ ਵਿੱਚ ਜਦੋਂ ਪਾਸਟ ਦੀ ਗੱਲ ਹੋਏਗੀ ਉਦੋਂ ਆਪਾਂ ਪਾਸਟ ਪਰਫੈਕਟ ਟੈਂਸ ਲਗਾਵਾਂਗੇ। ਸੋ ਇੱਥੇ ਕੀ ਲੱਗੇਗਾ? ਦ ਫਲੈਟ ਵॉज ਵੈਰੀ ਕੋਲਡ ਬਿਕਾਜ਼ ਵੈਨ ਵੀ ਗੋਟ ਹੋਮ, ਜਦੋਂ ਆਪਾਂ ਘਰ ਗਏ, ਵੀ ਹੈਡ ਨੋਟ, ਪਾਸਟ ਪਰਫੈਕਟ, ਕਿਉਂਕਿ ਪਾਸਟ ਵਿੱਚ ਹੀ ਆਪਾਂ ਪਾਸਟ ਦੀ ਗੱਲ ਕੀਤੀ ਹੈ ਕਿ ਜਦੋਂ ਆਪਾਂ ਘਰ ਗਏ ਸੀ ਪਹਿਲਾ ਐਕਸ਼ਨ, ਅਤੇ ਆਪਾਂ ਵਿੰਡੋਜ਼ ਕਲੋਜ਼ ਨਹੀਂ ਕਰਕੇ ਗਏ ਸੀ ਦੂਜਾ ਐਕਸ਼ਨ। ਪਾਸਟ ਵਿੱਚ ਪਾਸਟ ਦੀ ਗੱਲ ਹੋਏਗੀ ਤਾਂ ਪਾਸਟ ਪਰਫੈਕਟ ਟੈਂਸ। I hope it is clear. I last saw Tommy in 2011, ਕਿ ਮੈਂ ਟੋਮੀ ਨੂੰ 2011 ਵਿੱਚ ਅਖੀਰਲੀ ਵਾਰ ਦੇਖਿਆ ਸੀ। 5 years after we left school, ਮਤਲਬ ਮੈਂ ਉਹਨੂੰ 2011 ਵਿੱਚ ਅਖੀਰਲੀ ਵਾਰੀ ਦੇਖਿਆ ਸੀ। ਅਤੇ ਕਦੋਂ ਦੇਖਿਆ ਸੀ? 5 ਸਾਲ ਬਾਅਦ ਜਦੋਂ ਆਪਾਂ ਸਕੂਲ ਛੱਡਿਆ ਸੀ। ਇਹਦਾ ਕਹਿਣ ਦਾ ਮਤਲਬ ਹੈ ਕਿ ਆਪਾਂ 2006 'ਚ ਉਹਨਾਂ ਨੇ ਸਕੂਲ ਛੱਡਿਆ ਹੋਣਾ ਅਤੇ ਉਹ 2011 ਵਿੱਚ ਮਿਲਿਆ। ਠੀਕ ਹੈ, 5 ਸਾਲਾਂ ਬਾਅਦ 2006 'ਚ ਉਹਨਾਂ ਨੇ ਸਕੂਲ ਛੱਡਿਆ, 2011 'ਚੋਂ 5 years ਬਾਅਦ ਟੋਮੀ ਨੂੰ ਮਿਲਿਆ। ਅਤੇ ਉਹ ਹੁਣ ਮਤਲਬ ਐਟ ਪ੍ਰੈਜ਼ੈਂਟ ਗੱਲ ਕਰ ਰਿਹਾ ਕਿਸੇ ਨੂੰ ਕਿ ਜਦੋਂ ਮੈਂ ਉਹਨੂੰ 2011 'ਚ ਮਿਲਿਆ ਸੀ, ਆਈ ਡਿਡ ਨਾਟ ਰਿਕਗਨਾਈਜ਼ ਹਿਮ ਐਟ ਫਸਟ। ਮੈਂ ਉਹਨੂੰ ਪਹਿਚਾਣਿਆ ਹੀ ਨਹੀਂ ਜਦੋਂ ਮੈਂ ਉਹਨੂੰ ਦੇਖਿਆ, ਬਿਕੋਜ਼ ਉਹ ਬਹੁਤ ਚੇਂਜ ਹੋ ਚੁੱਕਾ ਸੀ। ਦੇਖੋ ਹੁਣ ਇਹਨੂੰ ਧਿਆਨ ਨਾਲ, ਇਹਦੇ 'ਚ ਵੀ ਪਾਸਟ ਵਿੱਚ ਪਾਸਟ ਦੀ ਗੱਲ ਹੋ ਰਹੀ ਹੈ। ਇੱਥੇ ਆਫਟਰ ਦੇਖ ਕੇ ਕੁਛ ਸੈਂਟੈਂਸ ਦਾ ਮੀਨਿੰਗ ਕੁਛ ਹੋਰ ਹੀ ਨਹੀਂ ਸਮਝ ਲੈਣਾ। ਦੇਖੋ ਉਹ ਕਹਿ ਰਿਹਾ ਹੈ ਕਿ ਆਈ ਲਾਸਟ ਸੌ ਟੋਮੀ ਇਨ 2011, ਕਿ ਮੈਂ ਉਹਨੂੰ ਅਖੀਰਲੀ ਵਾਰ ਦੇਖਿਆ 5 years ਆਫਟਰ ਵੀ ਲੈਫਟ ਦਾ ਸਕੂਲ। ਠੀਕ ਹੈ, ਇਹਨੂੰ ਮੈਂਸ਼ਨ ਕੀਤਾ ਹੋਇਆ ਕਿ ਜਦੋਂ ਆਪਾਂ ਸਕੂਲ ਛੱਡਣ ਤੋਂ ਬਾਅਦ 5 ਸਾਲ ਬਾਅਦ ਉਦੋਂ ਮਿਲੇ ਸੀਗੇ, ਅਤੇ ਮੈਂ ਉਦੋਂ ਉਹਨੂੰ ਪਹਿਚਾਣਿਆ ਹੀ ਨਹੀਂ। ਪਹਿਲਾ ਐਕਸ਼ਨ ਹੋ ਗਿਆ ਇਹ ਕਿ ਮੈਂ ਉਹਨੂੰ ਦੇਖਿਆ, ਦੂਜਾ ਐਕਸ਼ਨ ਹੋ ਗਿਆ ਕਿ ਮੈਂ ਉਹਨੂੰ ਰਿਕੋਗਨਾਈਜ਼ ਹੀ ਨਹੀਂ ਕੀਤਾ। ਕਿਉਂ? ਬਿਕੋਜ਼ ਹੀ ਹੈਡ ਚੇਂਜਡ ਸੋ ਮਚ। ਪਾਸਟ ਵਿੱਚ ਪਾਸਟ ਦੀ ਗੱਲ ਹੋ ਰਹੀ ਹੈ ਤਾਂ ਪਾਸਟ ਪਰਫੈਕਟ ਟੈਂਸ, ਹੈਡ ਪਲੱਸ ਵਰਬ ਦੀ ਥਰਡ ਫਾਰਮ। I was busy in the morning but I dashed some free time in the afternoon. ਮੈਂ morning ਵਿੱਚ ਤਾਂ busy ਸੀ, was ਲੱਗਿਆ ਹੋਇਆ ਹੈ। I was busy in the morning but I dashed some free time in the afternoon. ਹੁਣ ਇੱਥੇ ਦੇਖੋ, ਇੱਥੋਂ ਪੜ੍ਹਦੇ ਹਾਂ ਆਪਾਂ, but I had some free time in the afternoon. I have had some free time in the afternoon. I had ਕੋਈ ਮਤਲਬ ਨਹੀਂ ਬਣ ਰਿਹਾ ਨਾ। ਦੇਖੋ, ਸੋ ਇੱਥੇ ਕੀ ਆਏਗਾ? I had some free time in the afternoon, ਕਿਉਂਕਿ ਸਾਨੂੰ ਪਤਾ ਕਿ ਪਾਸਟ ਦੀ ਹੀ ਗੱਲ ਚੱਲ ਰਹੀ ਹੈ। ਠੀਕ ਹੈ, ਓਕੇ ਨੈਕਸਟ, Joe and Emily
ਡੈਸ਼ ਕਮ ਟੂ ਡਿਨਰ ਲਾਸਟ ਨਾਈਟ। ਸੋ ਇੱਥੇ ਕੀ ਲੱਗੇਗਾ, ਇੱਥੇ ਦੇਖੋ ਹੈ ਸਾਡੀ ਵਰਬ ਦੀ ਫਸਟ ਫਾਰਮ ਲੱਗੀ ਹੋਈ ਹੈ, ਠੀਕ ਹੈ। ਸੋ ਇੱਥੇ ਸਾਨੂੰ ਪਤਾ ਚੱਲ ਜਾਏਗਾ ਕਿ ਜਾਂ ਡਿਡ ਨਾਟ ਆਏਗਾ ਜਾਂ ਹੈਡ ਨਾਟ ਆਏਗਾ, ਠੀਕ ਹੈ। ਸੋ ਇੱਥੇ ਕੀ ਆਏਗਾ, ਜੋ ਐਂਡ ਐਮਲੀ ਡੈਸ਼ ਕਮ ਟੂ ਡਿਨਰ ਲਾਸਟ ਨਾਈਟ। ਹੁਣ ਦੇਖੋ ਇੱਥੇ ਹੈਡ ਨਾਟ ਕਿਉਂ ਨਹੀਂ ਲੱਗੇਗਾ, ਕਿਉਂਕਿ ਕੋਈ ਇੱਦਾਂ ਤਾਂ ਨਹੀਂ ਹੋ ਰਿਹਾ ਕਿ ਪਾਸਟ ਦੇ ਵਿੱਚ ਹੀ ਪਾਸਟ ਦੀ ਕੋਈ ਗੱਲ ਹੋ ਰਹੀ ਹੈ। ਉਹ ਸਿੰਪਲ ਕਹਿ ਰਿਹਾ ਕਿ ਜੋ ਐਂਡ ਐਮਲੀ ਹੈ ਉਹ ਲਾਸਟ ਨਾਈਟ ਸਾਡੇ ਘਰ ਡਿਨਰ 'ਤੇ ਨਹੀਂ ਆਏ, ਠੀਕ ਹੈ। ਸੋ ਸਿੰਪਲ ਪਾਸਟ ਦੀ ਗੱਲ ਹੋ ਰਹੀ ਹੈ ਤਾਂ ਕੀ ਆ ਜਾਏਗਾ, ਡਿਡ ਨਾਟ। ਹੈਵ ਨਾਟ ਤਾਂ ਆ ਹੀ ਨਹੀਂ ਸਕਦਾ ਕਿਉਂਕਿ ਇਹ ਪ੍ਰੈਜ਼ੈਂਟ ਦੀ ਗੱਲ ਕਰਦਾ, ਪ੍ਰੈਜ਼ੈਂਟ ਪਰਫੈਕਟ ਟੈਂਸ ਹੈ। ਸੋ ਇਹ ਵੀ ਕੈਂਸਲ ਹੋ ਗਿਆ। ਇਹ ਤਾਂ ਨਹੀਂ ਲੱਗੇਗਾ ਕਿਉਂਕਿ ਕੋਈ ਪਾਸਟ ਵਿੱਚ ਪਾਸਟ ਦੀ ਗੱਲ ਨਹੀਂ ਹੋ ਰਹੀ। ਸੋ ਇਹੀ ਆਪਸ਼ਨ ਰਹਿ ਗਿਆ, ਜੋ ਐਂਡ ਐਮਲੀ ਡਿਡ ਨਾਟ ਕਮ ਟੂ ਡਿਨਰ ਲਾਸਟ ਨਾਈਟ। ਡਿਡ ਨਾਟ ਹੈ ਤੇ ਨਾਲ ਕੀ ਲੱਗੇਗਾ, ਵਰਬ ਦੀ ਫਸਟ ਫਾਰਮ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਠੀਕ ਹੈ। ਇਹ ਨਹੀਂ ਕਰਨਾ ਕਿ ਡਿਡ ਨਾਟ ਲਗਾਤਾ ਤੇ ਇੱਥੇ ਅਸੀਂ ਕੇਮ ਲਗਾ ਦਈਏ, ਕਈ ਵਾਰੀ ਇਹ ਵੀ ਆਪਸ਼ਨ ਵਿੱਚ ਆ ਸਕਦਾ। ਸੋ ਇਹ ਗਲਤੀ ਬਿਲਕੁਲ ਨਹੀਂ ਕਰਨੀ। ਜਦੋਂ ਡਿਡ ਲੱਗ ਜਾਏਗਾ ਉਹਦੇ ਨਾਲ ਵਰਬ ਦੀ ਫਸਟ ਫਾਰਮ ਹੀ ਲੱਗੇਗੀ, ਠੀਕ ਹੈ। Okay, next. Anil hurt his knee while he dash cricket. ਅਨਿਲ ਹਰਟ ਹਿਜ਼ ਨੀ, ਉਹਨੇ ਆਪਣੇ ਨੀ ਤੇ ਚੋਟ ਲਗਵਾ ਲਈ, ਆਪਣੇ ਗੋਡੇ ਤੇ ਚੋਟ ਲਗਵਾ ਲਈ ਜਦੋਂ ਉਹ ਕ੍ਰਿਕਟ ਖੇਲ ਰਿਹਾ ਸੀ। ਪਾਸਟ ਕੰਟੀਨਿਊਸ ਟੈਂਸ। ਜਦੋਂ ਆਪਾਂ ਹਿੰਦੀ ਚੇਂਜ ਕਰ ਰਹੇ ਹਾਂ, ਜਦੋਂ ਰਹਾ ਸੀ ਆ ਜਾਏਗਾ ਤਾਂ ਪਾਸਟ ਕੰਟੀਨਿਊਸ ਟੈਂਸ ਲੱਗਦਾ ਹੈ। ਸੋ ਜਿਹੜੇ ਸੈਂਟੈਂਸ ਵਿੱਚ ਤੁਹਾਨੂੰ ਟੈਂਸ ਦਾ ਮੀਨਿੰਗ ਨਹੀਂ ਪਤਾ ਚੱਲਦਾ, ਉਹਨੂੰ ਹਿੰਦੀ 'ਚ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਆਈ ਗਰੰਟੀ ਯੂ ਤੁਹਾਨੂੰ ਉਹਦਾ ਆਨਸਰ ਪਤਾ ਚੱਲ ਜਾਏਗਾ, ਠੀਕ ਹੈ। ਬਸ ਇਹ ਹੈਗਾ ਕਿ ਤੁਹਾਨੂੰ ਉਹਦੇ ਲਈ ਟਰਾਂਸਲੇਸ਼ਨ ਕਰਨੀ ਆਉਣੀ ਚਾਹੀਦੀ ਹੈ, ਓਕੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੈਂਟੈਂਸ ਵਿੱਚ ਲਿਖਿਆ ਕੀ ਹੋਇਆ ਹੈ, ਉਹਦੇ ਲਈ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਅਨਿਲ ਹਰਟ ਇਜ਼ ਨੀ ਵਾਈਲ ਹੀ ਵਾਜ਼ ਪਲੇਇੰਗ ਕ੍ਰਿਕਟ। ਜਦੋਂ ਉਹ ਕ੍ਰਿਕਟ ਖੇਲ ਰਿਹਾ ਸੀ, ਕੋਈ ਐਕਸ਼ਨ ਹੈ ਜੋ ਪਾਸਟ ਵਿੱਚ ਪ੍ਰੋਗਰੈਸ ਵਿੱਚ ਸੀਗਾ, ਕੰਟੀਨਿਊਸ ਵਿੱਚ ਸੀਗਾ। ਸੋ ਪਾਸਟ ਕੰਟੀਨਿਊਸ ਟੈਂਸ। dash for a bus when I saw you last night। verb ਦੀ second form ਲੱਗੀ ਹੋਈ ਹੈ, see, saw, seen, ਠੀਕ ਹੈ। ਸੋ verb ਦੀ second form ਹੈ, ਇਹਦਾ ਮਤਲਬ ਲੱਗੇਗਾ ਤਾਂ ਪਾਸਟ ਦਾ ਹੀ ਟੈਂਸ ਕੋਈ ਨਾ ਕੋਈ। ਇਹਦੇ 'ਚ ਦੇਖੋ have you waited ਤਾਂ ਚਲਾ ਹੀ ਗਿਆ ਕਿਉਂਕਿ ਇਹ ਪ੍ਰੈਜ਼ੈਂਟ ਦੀ ਗੱਲ ਕਰਦਾ ਹੈ। ਸੋ ਇੱਥੋਂ ਕੁਛ ਵੀ ਲੱਗ ਸਕਦਾ ਹੈ, ਓਕੇ। ਹੁਣ ਉਹ ਕਹਿ ਰਿਹਾ ਹੈ ਕਿ ਡੈਸ਼ ਫॉर ਅ ਬੱਸ ਵੈਨ ਆਈ ਸੌ ਯੂ ਲਾਸਟ ਨਾਈਟ। ਇਹ ਕੁਐਸਚਨ ਫਾਰਮ ਵਿੱਚ ਹੈਗਾ। ਉਹ ਕਹਿ ਰਿਹਾ ਕਿ ਜਦੋਂ ਮੈਂ ਤੁਹਾਨੂੰ ਪਿਛਲੀ ਰਾਤ ਦੇਖਿਆ ਸੀ, ਕਿਆ ਤੁਸੀਂ ਬੱਸ ਦੀ ਵੇਟ ਕਰ ਰਹੇ ਸੀ। ਇੱਦਾਂ ਹੀ ਬੋਲੋਗੇ ਨਾ ਤੁਸੀਂ ਕਿ ਜਦੋਂ ਮੈਂ ਕੱਲ ਤੁਹਾਨੂੰ ਰਾਤੀ ਦੇਖਿਆ ਸੀ, ਉੱਥੇ ਤੁਸੀਂ ਬੱਸ ਦੀ ਵੇਟ ਕਰ ਰਹੇ ਸੀ, ਇੱਦਾਂ ਹੀ ਬੋਲੋਗੇ ਨਾ। ਅਤੇ ਇੱਥੇ ਕੀ ਮੈਂ ਪਿੱਛੇ ਕੀ ਆ ਰਿਹਾ ਮੇਰੇ, ਰਹੇ ਸੀ ਕਿੱਥੇ ਲੱਗਦਾ, ਪਾਸਟ ਕੰਟੀਨਿਊਸ ਟੈਂਸ ਵਿੱਚ। ਸੋ ਇੱਥੇ ਕੀ ਆਏਗਾ, ਵਰ ਯੂ ਵੇਟਿੰਗ। ਪਾਸਟ ਕੰਟੀਨਿਊਸ ਕੀ ਕਹਿੰਦਾ ਹੈ, ਵਾਜ਼, ਵਰ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING। ਸੋ ਯੂ ਹੈ ਅਤੇ ਯੂ ਕਰਕੇ ਇੱਥੇ ਵਰ ਲੱਗੇਗਾ। ਯੂ ਦੇ ਨਾਲ ਹਮੇਸ਼ਾ ਵਰਡ ਲੱਗਦਾ ਹੈ। ਹੁਣ ਇੱਥੇ ਕੁਐਸਚਨ ਮਾਰਕ ਹੈ ਅਤੇ ਇੱਥੇ ਵਰ ਪਹਿਲੇ ਆ ਜਾਏਗਾ ਨਾ। ਅਸੀਂ ਅੱਗੇ ਕੁਐਸਚਨ ਟੈਗਸ ਮੈਂ ਤੁਹਾਨੂੰ ਇੱਕ ਦਿਨ ਕਰਾਵਾਂਗੀ, ਉੱਥੇ ਤੁਹਾਨੂੰ ਤੁਹਾਨੂੰ ਜ਼ਿਆਦਾ ਕਲੀਅਰਲੀ ਹੋ ਜਾਏਗਾ। ਬਟ ਤੁਸੀਂ ਵੈਸੇ ਨੋਰਮਲੀ ਵੀ ਦੇਖੋ, ਅਸੀਂ ਕੋਈ ਕੁਐਸਚਨ ਪੁੱਛਦੇ ਹਾਂ, ਜਿਵੇਂ ਕਿਸੇ ਨੂੰ ਅਸੀਂ ਕਹਿੰਦੇ ਹਾਂ ਡੂ ਯੂ ਨੋ ਮੀ। ਸੋ ਡੂ ਅਸੀਂ ਪਹਿਲੇ ਲਗਾਉਂਦੇ ਹਾਂ ਨਾ, ਠੀਕ ਹੈ। ਸੋ ਇਹ ਚੀਜ਼ਾਂ ਹੁੰਦੀਆਂ ਨੇ ਕੁਐਸਚਨ ਟੈਗਸ ਵਿੱਚ ਕਿ ਜਿਹੜੇ ਸਾਡੇ ਹੈਲਪਿੰਗ ਵਰਬਸ ਹੁੰਦੇ ਨੇ ਉਹ ਸਬਜੈਕਟ ਦੀ ਫਾਰਮ ਲੈ ਲੈਂਦੇ ਆ। ਸੋ ਇੱਥੇ ਹੈਲਪਿੰਗ ਵਰਬ ਸਾਡਾ ਕੀ ਸੀਗਾ, ਵਰ। ਸੋ ਵਰ ਯੂ ਵੇਟਿੰਗ ਫॉर ਅ ਬੱਸ ਵੈਨ ਆਈ ਸੌ ਯੂ ਲਾਸਟ ਨਾਈਟ। ਕੀ ਤੁਸੀਂ ਬੱਸ ਦੀ ਵੇਟ ਕਰ ਰਹੇ ਸੀ ਜਦੋਂ ਮੈਂ ਤੁਹਾਨੂੰ ਪਿਛਲੀ ਰਾਤ ਦੇਖਿਆ ਸੀ, ਠੀਕ ਹੈ। ਸੋ ਵਰ ਯੂ ਵੇਟਿੰਗ ਇਜ਼ ਦਾ ਰਾਈਟ ਆਂਸਰ। So this was the video for today. Thank you so much. Like my videos and do share it with your friends. I'm not getting that much response which I expected. So अगर मैनू भी motivation बिल्कुल नहीं मिल रही है, so please motivate us. Do like our videos and share it with your friends. So thank you so much. Have a nice day.